ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਬੱਚੇ, ਜਿੱਦਾਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਐਪਲੀਕੇਸ਼ਨ ਬੇਸਡ ਕੁਐਸਚਨ ਜਿਹੜੇ ਆ ਦਿੱਤੇ ਗਏ ਸੀਗੇ ਯੂਨਿਟ 3 ਦੇ। ਸੋ ਉਹਦੇ ਵਿੱਚ ਕੁਝ ਕੁਐਸਚਨਸ ਦੇ ਵਿੱਚ ਜਿਹੜੀ ਆ ਪ੍ਰੋਬਲਮ ਆ ਰਹੀ ਆ ਸਟੂਡੈਂਟਸ ਨੂੰ। ਸੋ ਜਿਹੜੇ ਕੁਐਸਚਨਸ ਬੱਚੇ ਤੁਸੀਂ ਪ੍ਰੋਬਲਮ ਦੇ ਲਈ ਪੁੱਛੇ ਆ, ਸਿਰਫ ਉਹੀ ਕੁਐਸਚਨ ਜਿਹੜੇ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਸੋ ਕੁਐਸਚਨ ਨੰਬਰ 16 ਦੇਖੋ ਬੱਚੇ, ਫਾਈਂਡ ਦ ਰੇਸ਼ੋ ਆਫ radii of a circle covered by a proton and alpha particles when both enters the same uniform magnetic field perpendicular to the same kinetic energy. We have to find the ratio of radii. ਅਦਰਵਾਈਜ਼ ਬੱਚੇ ਐਕੂਰੇਟ ਦੀ ਬੁੱਕ ਦੇ ਅੰਦਰ ਤੁਹਾਨੂੰ ਸੋਲਿਊਸ਼ਨ ਜਿਹੜਾ ਆ ਗਿਵਨ ਹੈ। ਸੋ ਸੋਲਿਊਸ਼ਨ ਥੋੜ੍ਹਾ ਜਿਹਾ ਇਹਨਾਂ ਨੇ ਕੰਪਲੀਕੇਟਡ ਦਿੱਤਾ ਹੋਇਆ। ਸੋ ਮੈਂ ਤੁਹਾਨੂੰ ਸੈਕਿੰਡ ਮੈਥਡ ਦੇ ਨਾਲ ਕਰਵਾਉਂਦੀ ਹਾਂ। ਸੋ ਸਭ ਤੋਂ ਪਹਿਲਾਂ ਈਜ਼ੀ ਮੈਥਡ ਆ ਬੱਚੇ ਜਿਹੜਾ ਮੈਂ ਮੈਥਡ ਕਰਵਾਉਣ ਲੱਗੀ ਹਾਂ। ਸੋ ਬਹੁਤ ਜ਼ਿਆਦਾ ਈਜ਼ੀ ਮੈਥਡ ਆ, ਧਿਆਨ ਨਾਲ ਸਮਝੋ। ਸਭ ਤੋਂ ਪਹਿਲਾਂ ਬੱਚੇ ਆਪਣੀ ਕਾਪੀ ਨਿਕਾਲੋ, ਉੱਥੇ ਲਿਖੋ, ਇੱਕ ਪਾਸੇ ਲਿਖ ਲਓ ਪ੍ਰੋਟੋਨ ਔਰ ਇੱਕ ਪਾਸੇ ਤੁਸੀਂ ਲਿਖ ਲਓ ਐਲਫਾ ਪਾਰਟੀਕਲਸ। ਠੀਕ ਹੈ, ਇੱਕ ਪਾਸੇ ਲਿਖ ਲਓ ਐਲਫਾ ਪਾਰਟੀਕਲਸ। ਹੁਣ ਬੱਚੇ ਸਾਨੂੰ ਪਤਾ ਆ ਕਿ ਅਗਰ ਪ੍ਰੋਟੋਨ ਦਾ ਮਾਸ E ਹੋਏਗਾ, ਦੈਨ ਜੋ ਐਲਫਾ ਪਾਰਟੀਕਲ ਆ ਦੈਟ ਇਜ਼ 2E। ਤੁਹਾਨੂੰ ਇਹ ਚੀਜ਼ ਪਤਾ ਹੈ ਨਾ ਕਿ ਐਲਫਾ ਪਾਰਟੀਕਲ ਜਿਹੜੇ ਆ ਪ੍ਰੋਟੋਨ ਜਾਂ ਇਲੈਕਟ੍ਰੋਨ ਨਾਲੋਂ ਦੁੱਗਣੇ ਹੁੰਦੇ ਆ। ਸੋ ਇਸ ਚੀਜ਼ ਨੂੰ ਬੱਚੇ ਬੇਸਿਕ ਕਨਸੈਪਟ ਆ ਜੋ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ, ਤੁਹਾਡੇ ਕਨਸੈਪਟ ਕਲੀਅਰ ਹੋਣੀ ਚਾਹੀਦੇ ਆ। ਠੀਕ ਹੈ, ਸੋ ਇਹ ਕਨਸੈਪਟ ਆ ਕਿ ਤੁਹਾਡਾ ਪ੍ਰੋਟੋਨ ਜਿਹੜਾ ਆ E ਆ ਔਰ ਐਲਫਾ ਪਾਰਟੀਕਲ ਜਿਹੜੇ ਆ ਉਹ 2E ਆ। ਦੈਨ ਅਗਰ ਪ੍ਰੋਟੋਨ ਦਾ ਮਾਸ M ਆ ਤਾਂ ਐਲਫਾ ਪਾਰਟੀਕਲਸ 4 ਟਾਈਮਸ ਮਾਸ ਹੁੰਦਾ ਆ। ਸੋ ਦਿਸ ਇਜ਼ 4M। ਅਗਰ ਪ੍ਰੋਟੋਨ ਦਾ ਵੈਲੋਸਿਟੀ V ਆ, V1 ਆ, ਤਾਂ ਇਹਦੀ ਵੈਲੋਸਿਟੀ ਅਸੀਂ ਕੰਸੀਡਰ ਕਰ ਲੈਂਦੇ ਹਾਂ V2। ਸਿਮਿਲਰਲੀ ਅਗਰ ਇਹਦੀ ਮੈਗਨੈਟਿਕ ਫੀਲਡ B ਆ, ਸੋ ਇਹਦੀ ਮੈਗਨੈਟਿਕ ਫੀਲਡ ਵੀ B ਹੀ ਹੋਏਗੀ। ਮੈਗਨੈਟਿਕ ਫੀਲਡ ਬੱਚੇ ਚੇਂਜ ਨਹੀਂ ਹੁੰਦੀ, ਮੈਗਨੈਟਿਕ ਫੀਲਡ ਸੇਮ ਰਹੇਗੀ। ਨਾਓ ਹੁਣ ਉਹਨਾਂ ਨੇ ਕੀ ਕਿਹਾ ਆ, ਦ ਕਾਈਨੈਟਿਕ ਐਨਰਜੀ ਇਜ਼ ਸੇਮ। ਅਗਰ ਕਾਈਨੈਟਿਕ ਐਨਰਜੀ ਸੇਮ ਹੋਏਗੀ, ਸੋ ਅਸੀਂ ਲਿਖਣ ਲੱਗਿਆ ਕਾਈਨੈਟਿਕ ਐਨਰਜੀ ਆਫ ਪ੍ਰੋਟੋਨ ਇਜ਼ ਇਕੁਅਲ ਟੂ ਕਾਈਨੈਟਿਕ ਐਨਰਜੀ ਆਫ ਐਲਫਾ ਪਾਰਟੀਕਲ। ਸੋ ਇਹ ਬੱਚੇ ਕੰਡੀਸ਼ਨ ਸਾਨੂੰ ਗਿਵਨ ਆ, ਅਸੀਂ ਉਹਦੇ ਅਕੋਰਡਿੰਗਲੀ ਲਿਖ ਦਿੱਤਾ। ਹੁਣ ਸਾਨੂੰ ਪਤਾ ਕਾਈਨੈਟਿਕ ਐਨਰਜੀ ਕਿੰਨੀ ਆ, ਹਾਫ m1 v1 ਸਕੁਅਰ ਇਜ਼ ਇਕੁਅਲ ਟੂ ਹਾਫ m2 v2 ਸਕੁਅਰ। ਬੱਚੇ ਹੁਣ ਸਾਨੂੰ ਮਾਸ ਵੀ ਪਤਾ ਆ, ਹਾਫ ਦੇ ਨਾਲ ਪਹਿਲਾਂ ਹਾਫ ਕੈਂਸਲ। m1 ਦੀ ਵੈਲਿਊ ਕਿੰਨੀ ਆ ਸਾਡੀ m, ਔਰ v1 ਦੀ ਵੈਲਿਊ ਕਿੰਨੀ ਆ v1 ਸਕੁਅਰ। ਸਿਮਿਲਰਲੀ ਐਲਫਾ ਦੀ ਬੱਚੇ m ਦੀ ਵੈਲਿਊ ਕਿੰਨੀ ਆ 4m, ਔਰ v2 ਦੀ ਵੈਲਿਊ ਕਿੰਨੀ ਆ v2 ਦਾ ਹੋਲ ਸਕੁਅਰ। ਇੱਥੋਂ m ਦੇ ਨਾਲ m ਕੀ ਹੋ ਜਾਏਗਾ, ਕੈਂਸਲ। ਨਾਓ ਟੇਕ ਅੰਡਰ ਰੂਟ ਔਨ ਬੋਥ ਸਾਈਡ। ਸਾਰਾ v1 ਦਾ ਆਂਸਰ ਕਿੰਨਾ ਆ ਜਾਏਗਾ 2v2। ਸੋ ਇੱਥੋਂ ਬੱਚੇ ਇੱਕ ਚੀਜ਼ ਸਾਡੇ ਕੋਲ ਨਿਕਲ ਗਈ ਕਿ ਵੈਲੋਸਿਟੀ v1 ਜਿਹੜੀ ਆ 2v2 ਦੇ ਇਕੁਅਲ ਹੈ। ਡਨ। ਹੁਣ ਅਸੀਂ ਫਾਈਂਡ ਆਊਟ ਕਰਨੀ ਆ ਰੇਸ਼ੋ ਆਫ ਰੇਡੀਅਸ। ਠੀਕ ਹੈ ਜੀ। ਸੋ ਰੇਡੀਅਸ ਜਿਹੜਾ ਆਪਾਂ ਫਾਈਂਡ ਆਊਟ ਕਰਾਂਗੇ, ਸੋ ਬੱਚੇ RP ਮਤਲਬ ਰੇਡੀਅਸ ਜਿਹੜਾ ਆਪਾਂ ਪ੍ਰੋਟੋਨ ਦਾ ਨਿਕਾਲਣ ਲੱਗੇ ਹਾਂ ਦੈਟ ਇਜ਼ m1 v1 ਡਿਵਾਈਡਡ ਬਾਈ QB। Q1 ਇੱਦਾਂ ਵੀ ਲਿਖ ਸਕਦੇ ਹਾਂ। ਸੋ ਮਾਸ ਕਿੰਨਾ ਸਾਡਾ M, ਵੈਲੋਸਿਟੀ ਕਿੰਨੀ ਆ v1, ਮੈਗਨੈਟਿਕ ਫੀਲਡ ਸੇਮ ਰਹਿੰਦਾ ਆ। Q1 ਮਤਲਬ ਚਾਰਜ ਕਿੰਨਾ ਇੱਥੇ, ਇਲੈਕਟ੍ਰੋਨ E। ਸਿਮਿਲਰਲੀ R ਐਲਫਾ ਨਿਕਾਲ ਲਓ, ਉੱਥੇ ਕੀ ਹੋਏਗਾ m2 v2 ਡਿਵਾਈਡਡ ਬਾਈ QB2। ਹੁਣ ਮਾਸ ਕਿੰਨਾ ਬੱਚੇ 4m, ਵੈਲੋਸਿਟੀ ਕਿੰਨੀ ਆ v2। ਬੱਚੇ v2 ਵੈਸੇ ਆਪਾਂ SH ਲਿਖ ਦਿੰਦੇ, ਬਾਅਦ ਵਿੱਚ ਪੁੱਟ ਕਰ ਲੈਂਦੇ ਹਾਂ B। ਹੁਣ Q2 ਦੀ ਵੈਲਿਊ, Q2 ਸਾਡਾ ਕਿੰਨਾ ਆ 2E। ਇੱਥੋਂ ਬੱਚੇ ਜੋ ਤੁਹਾਡਾ ਕੈਂਸਲ ਆਊਟ ਹੁੰਦਾ ਕੈਂਸਲ ਆਊਟ ਕਰ ਦਿਓ, ਸਾਡੇ ਕੋਲ ਫਾਈਨਲੀ ਬਚ ਗਿਆ 2m v2 ਡਿਵਾਈਡਡ ਬਾਈ QE। ਠੀਕ ਹੈ ਜੀ। ਹੁਣ ਉਹਨਾਂ ਨੇ ਕਿਹਾ ਰੇਸ਼ੋ ਫਾਈਂਡ ਆਊਟ ਕਰੋ। ਰੇਸ਼ੋ ਮਤਲਬ RP ਡਿਵਾਈਡਡ ਬਾਈ R ਐਲਫਾ। ਹੁਣ RP ਕਿੰਨਾ ਬੱਚੇ m v1। ਬੱਚੇ v1 ਅਸੀਂ ਹੁਣੇ ਸੋਲਵ ਕਰਕੇ ਹਟੇ ਸੀ 2v2। ਠੀਕ ਹੈ ਜੀ। ਡਾਇਰੈਕਟ ਵੈਲਿਊ ਪੁੱਟ ਕਰ ਦਿੱਤੀ, ਨੀਚੇ ਆ ਗਿਆ BE ਮਲਟੀਪਲਾਈ। ਹੁਣ ਇੱਥੇ ਲਿਖਿਆ 2m v ਦੇ ਪੈਰ ਵਿੱਚ 2BE। BE ਦੇ ਨਾਲ BE ਕੈਂਸਲ, 2 ਦੇ ਨਾਲ m ਦੇ ਨਾਲ m ਕੈਂਸਲ, 2 ਦੇ ਨਾਲ 2 ਕੈਂਸਲ, v2 ਦੇ ਨਾਲ v2 ਕੈਂਸਲ। ਇਹਦਾ ਮਤਲਬ ਸਾਰੀ ਟਰਮ ਕੈਂਸਲ ਆਊਟ ਹੋ ਗਈ। ਸੋ ਆਂਸਰ ਆ ਗਿਆ 1:1। ਸੋ ਬਹੁਤ ਸਿੰਪਲ ਜਿਹਾ ਬੱਚੇ ਮੈਥਮੈਟੀਕਲ ਪੋਰਸ਼ਨ ਸੀ, ਈਜ਼ੀ ਸੀ। ਅਗਰ ਫਿਰ ਵੀ ਕੋਈ ਡਾਊਟ ਹੋਵੇ ਤਾਂ ਤੁਸੀਂ ਦੁਬਾਰਾ ਪੁੱਛ ਸਕਦੇ ਆ। ਸੋ ਨੈਕਸਟ ਕੁਐਸਚਨ ਦੇਖਦੇ ਹਾਂ। Question number 19 is, in a galvanometer there is a deflection of 10 division per milliampere. So 10 divisions ਜਿਹੜੀ deflection ਹੋ ਰਹੀ ਆ। The internal resistance of the galvanometer is 60 ohm। ਬੱਚੇ galvanometer resistance given ਹੈ, ਇਹਦਾ ਮਤਲਬ ਤੁਹਾਨੂੰ G given ਹੈ। ਸੋ IG ਦੀ ਵੈਲਿਊ ਤੁਹਾਨੂੰ ਕਿੰਨੀ galvanometer resistance ਮਤਲਬ ਕਿ resistance ਦੀ galvanometer given ਹੈ that is 60 ohm। ਠੀਕ ਹੈ ਜੀ, G given ਹੈ।
ਨੈਕਸਟ ਇਫ ਦ ਸ਼ੰਟ ऑफ 2.5 ओम, शंट मतलब थानू आर दी वैल्यू गिवन आ 2.5 ओम। नेक्स्ट आ एंड देयर आर 50 डिविजन्स इन ऑल द साइड्स ऑफ गलवानोमीटर, 50 डिविजन्स आ, उन्होंने क्या 10 डिविजन्स वैसे आ। सो आई जी की वैल्यू कितनी आएगी 1/10 मिली एम्पेयर मल्टीप्लाई बाय 50। सो 0 ना 0 कट्टिया गया, मतलब 5 मिली एम्पेयर जोड़ा आ करंट सानू आई जी का डिफ्लैक्शन का पता आ। कहते फाइंड द मैक्सिमम करंट, वी हैव टू फाइंड द वैल्यू ऑफ आई। सो बच्चे साडे को फॉर्मूला की आ आर इज इक्वल्स टू आई जी जी डिवाइडेड बाय आई माइनस आई जी। सो बच्चे आ टर्म उधर ले जाओ, सो आ गया आई माइनस आई जी इज इक्वल्स टू आई जी जी डिवाइडेड बाय आर। वी हैव टू फाइंड ओनली आई, सो आई जी उधर ले गए बच्चे, सो आई जी कॉमन आ गया, अंदर आ गया जी डिवाइडेड बाय आर माइनस 1। बच्चे आ आई जी उधर जाएगा तो +1 हो जाएगा, प्लस आई जी हो जाएगा, आई जी की ले लिया कॉमन, ब्रैकेट के अंदर की रह गया जी डिवाइडेड बाय आर प्लस 1। सो आई का ये वाला फॉर्मूला बन जाएगा। इन्नी चीज़ होगी क्लीयर। सो आई इज इक्वल्स टू आई जी की वैल्यू बच्चे थोड़े को कितनी है 5 × 10⁻³ मिली एम्पेयर नूं एम्पेयर दे विच जिहड़ा आ कन्वर्ट कर लिया। ठीक है जी। नैक्सट की है थोड़ा जी, जी कितना आ 60 डिवाइडेड बाय और आर कितना 2.5 + 1 डन। सो 5 × 10⁻³ बच्चे नूं सॉल्व कर लो। पहला तो डेसीमल हटा दो, 5 दे टेबल ते कटिंग की साडे को आ गया 12। नैक्सट कटिंग कर दो, साडे को आ गया सो 12 × 2 कितना हो गया 24, 24 + 1 25, 25 नूं बच्चे 5 नाल मल्टीप्लाई किया 125 × 10⁻³ एम्पेयर। हुण देखो बच्चे असीं लिख सकते हैं इनू 0.125 एम्पेयर। ठीक है जी, तो मतलब ये जिहड़ा ऑप्शन तुहाडा करैक्ट आंसर है। बच्चे नैक्सट क्वेश्चन देखो, हॉरिजॉन्टल वायर 0.1 लॉन्ग कैरीज अ करंट ऑफ 5 एम्पेयर, फाइंड द मैगनैटिक फील्ड विच कैन बी सपोर्ट वेट ऑफ द वायर। सो ये सानू वेट भी चाहिए, वेट के इक्वल होंदा आ मास इंटू ग्रेविटी। मास ऑफ अ गिवन वायर सानू मास भी गिवन है। सो इस तरीके ना एक्यूरेट वाले ने सॉल्व किया होया। इसका मतलब अगर थानू प्रॉब्लम आप थोड़ा जिहा मैथड चेंज कर लैंदे आ। ठीक है। सो बच्चे देखो जिद्दां मैं सॉल्व किया है, सब तो पहला उन्होंने की किया आ 0.1 मीटर जी लेंथ आ असीं लिख दिता L = 0.1। ਉਹਦੇ ਵਿੱਚ करंट कितना पास हो रहा I = 5 एम्पेयर। सो मास ऑफ द वायर बच्चे सानू गिवन आ 3 × 10⁻³ सो वेट कितना मास इंटू ग्रेविटी। ठीक है, मास कितना है 3 × 10⁻³ बच्चे जो मास आ वो असीं लेंथ कंसिडर करांगे हुण। ठीक है, M' किहदे इक्वल आएगा ML दे। सो 0.1 दे नाल जिहड़ा असीं मल्टीप्लाई कर दिता, क्योंकि असी टोटल मास लैना। जे तुसी कन्फ्यूज़ आ भी असी 0.1 दे नाल बच्चे मल्टीप्लाई क्यों किया, सानू पता है कि मास ऑफ 0.1 मीटर लॉन्ग वायर असी पूरी वायर का जिहड़ा आ कंसीडर करना। सो M' आ गया ML, जिन्ना भी मास थोड़ा जिहा दिता है तो लेंथ टोटल दिती आ। ठीक है जी। सो साडे को आ गया 2.94 × 10⁻³ नैक्सट आ बच्चे साडी कितनी फोर्स लगी, मैगनैटिक फोर्स एक्टिंग ऑन अ करंट कैरिंग वायर दैट इज़ F = BIL। सो वैल्यूज़ पुट कर दित्तियां, साडे को इत्थे F की वैल्यू आ गई। हुण मान लो अगर ये साडा इक्विलिब्रियम दे विच होएगा, सो साडी फोर्स किहदी इक्वल हुंदी है मास इंटू एक्सलेरेशन। सो एक्सलेरेशन की जगह ते असीं G पुट कर दिता। फोर्स असीं कितनी निकाली है 0.5 B पुट कर दी। M की वैल्यू बच्ची असीं हुणे सॉल्व करके हटे उपर। सो सारा उहदे विच बच्चे G भी सारा आ रहा सी, क्योंकि MG की पूरी का आंसर आ। ठीक है, MG का आंसर आ इन्ना। सो असी MG पूरी MG का आंसर जो इत्थे पुट कर दिता। डन। सो बी नूं इधर पिया रहन दो, 0.5 वो पैर च लै जाओ, पूरा सॉल्व करके देख लो बच्चे, थोड़ा आंसर आ जाएगा 5.88 × 10⁻³ बच्चे बुक दे विच एक्यूरेट दी बुक दे विच 10⁻³ गिवन है। आंसर दे विच बच्चे मिसटेक आ उत्थे 10⁻³ टेस्ला। सो दिस इज़ द आंसर। नैक्सट क्वेश्चन देखो, अ सर्कुलर कॉयल ऑफ वायर 50 टर्न्स। सो सानू नंबर ऑफ टर्न्स बच्चे गिवन आ 50, ईच ऑफ रेडियस 0.808 मीटर। सानू आर गिवन है, करंट गिवन है 0.8। नाउ वी हैव टू फाइंड मैगनैटिक फ्लक्स डेंसिटी। बच्चे मैगनैटिक फ्लक्स डेंसिटी फॉर द सर्कुलर कॉयल, सो फॉर्मूला साडा की आ B = μ0/4π 2πi डिवाइडेड बाय R। सो बच्चे आप फॉर्मूला यूज़ करो, बिकॉज सानू 4 डिवाइडेड बाय μ0/4π की वैल्यू डायरैक्ट पता 10⁻⁷। सो 2 × 3.14। करंट सानू कितना गिवन है, करंट सानू बच्चे
ध्यान नाल देखो 0.8 नंबर ऑफ टर्नस आ तो n दे नाल मल्टीप्लाई कर दो। सो n सानू कितनी गिवन है 50, सो इत्थे लिख लो 50 डिवाइडेड बाई r कितना गिवन है 0.08 मीटर। ठीक है जी 0.08 मीटर। सो इनू सारे नू बच्चे सॉल्व करके देख लो, तुहाडा आंसर आ जाएगा 3.14 इंटू 10⁻⁻⁴ टेस्ला। सो बच्चे तुहाडा आंसर नंबर बी आ जाएगा 3.1 इंटू 10⁻⁻⁴ टेस्ला। 28th क्वेश्चन देखो, द मैगनीट्यूड ऑफ मैगनैटिक फील्ड 80, मैगनैटिक फील्ड सेंटीमीटर्स के विच गिवन है बच्चे, सेंटीमीटर मतलब तुहाडा आर गिवन आ। सो आर कितना आ 80 इंटू 10⁻⁻² मीटर। डन। उन्होंने क्या फ्रॉम द एक्सिस ऑफ लॉन्ग स्ट्रेट इनफाइनाइट वायर इज एनी। सो बच्चे बी तुहानू गिवन आ दैट इज 7 इंटू 10⁻⁻³ टेस्ला। दैन असी करंट पता करना। सो बी का फॉर्मूला की होएगा बच्चे μ0/4π, क्योंकि हुण स्ट्रेट कंडक्टर है, स्ट्रेट कंडक्टर का बच्चे फॉर्मूला हुंदा आ 2i डिवाइडेड बाय आर। सो शॉर्ट वीडियो के मैं तुहानू फॉर्मूला दस चुकी हाँ किद्दां लर्न करनी आ। सो एक बार देख जरूर लेना। 10⁻⁻7 इंटू 2 इंटू आई असी पता करना आ। आर की वैल्यू कितनी आ 80 इंटू 10⁻⁻²। ठीक है, इतने -2 आएगा। सो बच्चे आई की वैल्यू सारी इधर पई रहन दो, बी की वैल्यू बच्चे इतने पुट करो 7 इंटू 10⁻⁻3। सो सारे नू सॉल्व करके देखो बच्चे, तुहाडा 28 एम्पेयर जिहड़ा आ आंसर आ जाएगा। ठीक है, सो सिंपल हुण बच्चे कैलकुलेशन ही आ, कैलकुलेशन तो आई थिंक तुसीं सॉल्व कर सकते हैं। सो एक बार सॉल्व करके देख लेना, प्रॉब्लम आएगी तो पुछ लेना। ठीक है जी। सो बच्चे सारे MCQ सानू अच्छे तरीके नाल क्लीयर हो रहे हैं तो प्लीज़ लाइक कर दो और शेयर ज़रूर कर दो। थैंक यू सो मच।